ਅੱਜ ਆਪਾਂ ਵੀਡੀਓ 'ਚ ਡਿਸਕਸ ਕਰਾਂਗੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ DPSP। ਇਹ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਨਾਮ ਤੋਂ ਹੀ ਦੱਸਦੇ ਨੇ ਕਿ ਡਾਇਰੈਕਟਿਵਸ ਨੇ। ਡਾਇਰੈਕਟਿਵਸ ਦਾ ਮਤਲਬ ਹੈ ਡਾਇਰੈਕਸ਼ਨਸ ਨੇ ਸਟੇਟ ਨੂੰ। ਐਕਚੁਅਲੀ ਇਹ ਜਿਹੜੇ ਆਪਣੇ ਪਾਰਟ 4 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਤੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ ਹੈ, 36 ਤੋਂ 52 ਤੱਕ ਜਿਹੜੇ ਇਹ ਆਰਟੀਕਲ ਦੇ ਵਿੱਚ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੇ। ਆਪਣਾ ਕਈ ਵਾਰ MCQ ਇੱਥੋਂ ਹੀ ਫਰੇਮ ਹੋ ਜਾਂਦਾ ਹੈ, ਕਈ ਵਾਰ ਪੁੱਛਿਆ ਹੁੰਦਾ ਵੀ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਦੇ ਆਰਟੀਕਲਸ ਨੇ ਉਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਨੇ ਜਾਂ ਫਿਰ ਇਹਦਾ ਪਾਰਟ ਕਿਹੜਾ ਹੈ। ਤਾਂ ਜਿਹੜੇ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਇਹ ਮੈਂਸ਼ਨ ਨੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ। ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਦਾ ਕੰਸੈਪਟ ਸੀਗਾ ਇਹ ਅਸੀਂ ਬੋਰੋ ਕੀਤਾ ਸੀਗਾ ਆਇਰਿਸ਼ ਕੌਂਸਟੀਟਿਊਸ਼ਨ ਤੋਂ, ਯਾਨੀ ਕਿ ਆਇਰਲੈਂਡ ਤੋਂ। ਤੇ ਆਇਰਲੈਂਡ ਨੇ ਓਰੀਜਨਲੀ ਇਹ ਬੋਰੋ ਕੀਤਾ ਸੀਗਾ ਸਪੈਨਿਸ਼ ਕੌਂਸਟੀਟਿਊਸ਼ਨ ਤੋਂ। ਤੇ ਡਾਕਟਰ ਭੀਮ ਰਾਓ ਅੰਬੇਦਕਰ ਉਹ DSP ਨੂੰ ਕਹਿੰਦੇ ਨੇ ਐਜ਼ ਏ ਨੋਵਲ ਫੀਚਰ ਆਫ ਇੰਡੀਅਨ ਕੌਂਸਟੀਟਿਊਸ਼ਨ। ਫਿਰ ਉਸ ਤੋਂ ਬਾਅਦ ਡਾਇਰੈਕਟਿਵ ਪ੍ਰਿੰਸੀਪਲ ਪਲੱਸ ਫੰਡਾਮੈਂਟਲ ਰਾਈਟਸ। ਡਾਇਰੈਕਟਿਵ ਪ੍ਰਿੰਸੀਪਲ ਪਲੱਸ ਫੰਡਾਮੈਂਟਲ ਰਾਈਟਸ ਦੋਵੇਂ ਕੀ ਨੇ, ਇਹ ਕੀ ਸ਼ੋਅ ਕਰਦੇ ਨੇ? ਇਹ ਕਰਦੇ ਨੇ ਫਿਲੋਸਫੀਕਲ ਪਾਰਟ ਆਫ ਦਾ ਕੌਂਸਟੀਟਿਊਸ਼ਨ, ਜਾਂ ਇਹਨੂੰ ਕਈ ਵਾਰ ਅਸੀਂ ਸੋਲ ਆਫ ਦਾ ਕੌਂਸਟੀਟਿਊਸ਼ਨ ਵੀ ਕਹਿੰਦੇ ਆ। ਤੇ ਗ੍ਰੈਵਿਨ ਆਸਟਿਨ ਨਾਮ ਦਾ ਬੰਦਾ ਸੀ, ਇਹ ਡਿਸਕ੍ਰਾਈਬ ਕਰਦਾ ਡਾਇਰੈਕਟਿਵ ਪ੍ਰਿੰਸੀਪਲ ਤੇ ਫੰਡਾਮੈਂਟਲ ਰਾਈਟਸ ਦੋਨਾਂ ਨੂੰ। ਉਹ ਕਹਿੰਦਾ ਕੰਸਾਇੰਸ ਆਫ ਕੌਂਸਟੀਟਿਊਸ਼ਨ। ਕਈ ਵਾਰ ਐਗਜ਼ਾਮ 'ਚ ਸਾਨੂੰ ਇਹ ਟਰਮ ਪੁੱਛੀ ਜਾਂਦੀ ਹੈ ਵੀ ਕੰਸਾਇੰਸ ਆਫ ਕੌਂਸਟੀਟਿਊਸ਼ਨ ਇਹ ਕਮੈਂਟ ਕਿਹਨੇ ਕੀਤਾ ਸੀ, ਤਾਂ ਉਹਦਾ ਆਨਸਰ ਹੋਏਗਾ ਗ੍ਰੈਨਵਿਲ ਆਸਟਿਨ। ਜਿਵੇਂ ਕਿ ਤੁਹਾਨੂੰ ਦੱਸਿਆ ਹੈ ਇੱਕ ਕੌਂਸਟੀਟਿਊਸ਼ਨਲ ਇੰਸਟਰਕਸ਼ਨਸ ਨੇ ਸਟੇਟ ਨੂੰ। ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਇਹ ਰਿਜ਼ੈਂਬਲ ਕਰਦੇ ਨੇ ਇੰਸਟਰੂਮੈਂਟ ਆਫ ਇੰਸਟਰਕਸ਼ਨ, ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਮੈਂਸ਼ਨ ਨੇ। ਇਹ ਕਿਸ ਨੂੰ ਸ਼ੋਅ ਕਰਦੇ ਨੇ? ਡਾਇਰੈਕਟਿਵ ਪ੍ਰਿੰਸੀਪਲ ਦੀਜ਼ ਰਿਜ਼ੈਂਬਲਸ ਇੰਸਟਰੂਮੈਂਟ ਆਫ ਇੰਸਟਰਕਸ਼ਨਸ। ਤੇ ਜਿਹੜੇ ਕੰਸੈਪਟ ਸੀਗਾ ਇਹ ਸ਼ੋਅ ਕਰਦੇ ਨੇ ਵੈਲਫੇਅਰ ਆਫ ਸਟੇਟ। ਇਹ ਸਟੇਟ ਦੀ ਜਿਹੜੀ ਵੈਲਫੇਅਰ ਹੈ ਉਹਦੇ ਲਈ ਕੰਮ ਕਰਦੇ ਨੇ। ਤੇ ਡਾਇਰੈਕਟਿਵ ਪ੍ਰਿੰਸੀਪਲ ਨੇ ਨੋਨ ਜਸਟਿਸ਼ੇਬਲ ਨੇ ਨੇਚਰ ਦੇ ਵਿੱਚ। ਨੋਨ ਜਸਟਿਸ਼ੇਬਲ ਦਾ ਉਰੇ ਮਤਲਬ ਹੈ ਕਿ ਇਹਨਾਂ ਨੂੰ ਤੁਸੀਂ ਲੀਗਲੀ ਇਨਫੋਰਸ ਨਹੀਂ ਕਰਵਾ ਸਕਦੇ। ਇਹਨੂੰ ਤੁਸੀਂ ਇਹ ਲੀਗਲੀ ਇਨਫੋਰਸ ਕਰਾਉਣ ਲਈ ਕੋਰਟ ਦੇ ਵਿੱਚ ਜਾਓਗੇ ਤਾਂ ਉਹਦੇ ਲਈ ਕੋਈ ਪ੍ਰੋਵੀਜ਼ਨ ਨਹੀਂ ਹੈਗੀ, ਕਿਉਂਕਿ ਇਹ ਨੋਨ ਜਸਟਿਸ਼ੇਬਲ ਨੇ। ਤੇ ਇਹ ਕਲਾਸੀਫਾਈਡ, ਆਪਾਂ ਇਹਨੂੰ ਕਲਾਸੀਫਾਈ ਕਰਦੇ 3 ਕੈਟਾਗਰੀਜ਼ ਦੇ ਵਿੱਚ। ਓਰੀਜਨਲੀ ਇਹ ਕਿਸੇ ਕਲਾਸੀਫਿਕੇਸ਼ਨ ਨਹੀਂ ਆਉਂਦੇ, ਬਟ ਆਪਾਂ ਆਪਣੀ ਸੁਵਿਧਾ ਦੇ ਲਈ ਇਹਨੂੰ 3 ਹਿੱਸਿਆਂ 'ਚ ਡਿਵਾਈਡ ਕਰ ਸਕਦੇ ਹਾਂ। ਸੋਸ਼ਲਿਜ਼ਮ, ਇੱਕ ਸੋਸ਼ਲਿਸਟ ਹੋ ਗਏ, ਇੱਕ ਗਾਂਧੀਅਨ ਹੋ ਗਏ ਤੇ ਇੱਕ ਲਿਬਰਲ ਜਾਂ ਫਿਰ ਇੰਟਲੈਕਚੁਅਲ ਵੀ ਉਹਨੂੰ ਆਪਾਂ ਕਹਿ ਸਕਦੇ ਹਾਂ। ਸੋਸ਼ਲਿਸਟ ਜਿਵੇਂ ਕਿ ਨਾਮ ਤੋਂ ਹੀ ਪਤਾ ਹੈ, ਇੱਕ ਸੋਸ਼ਲ ਸਟੇਟ, ਸੋਸ਼ਲ ਐਂਡ ਇਕਨੋਮਿਕ ਜਿਹੜਾ ਹੈ ਜਸਟਿਸ ਪ੍ਰੋਵਾਈਡ ਕਰਦੇ ਨੇ। ਕਿ ਸੋਸ਼ਲਿਸਟ ਸਟੇਟ ਇਹ ਡਿਵੈਲਪ ਕਰਨਾ ਚਾਹੁੰਦੇ ਨੇ। ਇਹ ਪ੍ਰਮੋਟ ਕਰਦੇ ਨੇ, ਜਿਹੜੇ ਸੋਸ਼ਲਿਸਟ ਨੇ ਇਹ ਪ੍ਰਮੋਟ ਕਰਦੇ ਨੇ ਵੈਲਫੇਅਰ ਆਫ ਦਾ ਸਟੇਟ ਬਾਈ ਸਿਕਿਉਰਿੰਗ ਜਸਟਿਸ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਤੇ ਮਿਨੀਮਾਈਜ਼ ਕਰਦੇ ਨੇ ਇਨਇਕੁਐਲਿਟੀਜ਼ ਇਨ ਇਨਕਮ, ਸਟੇਟਸ ਤੇ ਫੈਸਿਲੀਟੇਟਸ ਐਂਡ ਅਪੋਰਚੁਨਿਟੀ। ਇਹ ਆਰਟੀਕਲ 38 ਦੇ ਵਿੱਚ ਮੈਂਸ਼ਨ ਹੈ। ਆਪਾਂ ਜਿਹੜੇ ਸੋਸ਼ਲਿਸਟ ਦੇ ਜਿੰਨੇ ਵੀ ਆਰਟੀਕਲ ਨੇ ਉਹ ਆਪਾਂ ਨੂੰ ਇੱਕ ਕਲਾਸੀਫਿਕੇਸ਼ਨ 'ਚ ਕਰਾਂਗੇ। ਜਿਵੇਂ ਹੁਣ ਆਪਾਂ ਆਰਟੀਕਲ 38 ਦੇਖਿਆ, ਆਰਟੀਕਲ 38 ਪ੍ਰਮੋਟ ਕਰਦਾ ਵੈਲਫੇਅਰ ਆਫ ਦਾ ਸਟੇਟ ਬਾय ਸਿਕਿਉਰਿੰਗ ਜਸਟਿਸ। ਜਸਟਿਸ ਕਿਹੜੀ ਹੈ? ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। 3 ਤਰ੍ਹਾਂ ਦੀ ਜਸਟਿਸ ਆਪਣੇ ਮੈਂਸ਼ਨ ਹੈ, ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ। ਇਹ ਇਹਨੂੰ ਪ੍ਰਮੋਟ ਕਰਦੇ ਨੇ। ਫਿਰ ਉਸ ਤੋਂ ਬਾਅਦ ਆਪਣਾ ਸੋਸ਼ਲਿਸਟ ਦੇ ਵਿੱਚ ਨੈਕਸਟ ਆਰਟੀਕਲ ਹੈ ਆਰਟੀਕਲ 39। ਜਿਹੜਾ ਆਰਟੀਕਲ 39 ਹੈ ਇਹ ਸਿਕਿਉਰ ਕਰਦਾ ਰਾਈਟ ਟੂ ਐਡਿਕੁਏਟ ਮੀਨਸ ਆਫ ਲਿਵਲੀਹੁੱਡ ਫॉर ਆਲ ਸਿਟੀਜ਼ਨਸ ਤੇ ਇਕੁਅਲ ਡਿਸਟ੍ਰੀਬਿਊਸ਼ਨ ਆਫ ਮਟੀਰੀਅਲ ਰਿਸੋਰਸਿਸ। ਫਿਰ ਉਸ ਤੋਂ ਬਾਅਦ ਪ੍ਰੀਵੈਂਸ਼ਨ ਆਫ ਕੰਸਨਟ੍ਰੇਸ਼ਨ ਆਫ ਵੈਲਥ, ਵੀ ਕਿਸੇ ਇੱਕ ਦੇ ਹੱਥ ਦੇ ਵਿੱਚ ਜਿਹੜੀ ਵੈਲਥ ਆ ਉਹ ਕੰਸਨਟ੍ਰੇਸ਼ਨ ਨਾ ਹੋਵੇ। ਇਕੁਅਲ ਪੇ ਫॉर ਇਕੁਅਲ ਵਰਕ, ਇਕੁਅਲ ਪੇ ਫॉर ਇਕੁਅਲ ਵਰਕ ਫॉर ਮੈਨ ਐਂਡ ਵੀਮੈਨ। ਪ੍ਰੀਜ਼ਰਵੇਸ਼ਨ ਆਫ ਹੈਲਥ ਤੇ ਉਸ ਤੋਂ ਬਾਅਦ ਅਪੋਰਚੁਨਿਟੀ ਆਫ ਹੈਲਦੀ ਡਿਵੈਲਪਮੈਂਟ ਆਫ ਚਿਲਡਰਨ। ਇਹ ਆਰਟੀਕਲ 39 ਹੈ। ਆਰਟੀਕਲ 39A ਇਹ ਕਹਿੰਦਾ ਫ੍ਰੀ ਲੀਗਲ ਏਡ ਟੂ ਦਾ ਪੂਅਰਸ। ਜਿਹੜੇ ਗਰੀਬ ਨੇ ਅਫੋਰਡ ਨਹੀਂ ਕਰ ਸਕਦੇ ਤਾਂ ਉਹਨੂੰ ਜਿਹੜੀ ਅਸੀਂ ਲੀਗਲ ਸਹਾਇਤਾ ਉਹ ਪ੍ਰੋਵਾਈਡ ਕਰਦੇ ਹਾਂ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ, ਜਿਹੜਾ ਆਰਟੀਕਲ 39A ਹੈ। ਕਈ ਵਾਰ ਐਗਜ਼ਾਮ 'ਚ ਪੁੱਛਿਆ ਹੁੰਦਾ ਫ੍ਰੀ ਲੀਗਲ ਏਡ ਦਾ ਆਰਟੀਕਲ ਕਿਹੜਾ ਹੈ, ਤਾਂ ਆਪਣਾ ਆਨਸਰ ਹੋਏਗਾ ਆਰਟੀਕਲ 39A। ਫਿਰ ਅੱਗੇ ਆਰਟੀਕਲ ਹੈਗਾ 41। ਇਹ ਵੀ ਕੋਈ ਸੋਸ਼ਲਿਸਟ ਪ੍ਰਮੋਟ ਕਰਦਾ ਹੈ ਸੋਸ਼ਲਿਜ਼ਮ ਨੂੰ। ਆਰਟੀਕਲ 41 ਇਹ ਕਹਿੰਦਾ ਰਾਈਟ ਟੂ ਵਰਕ, ਰਾਈਟ ਟੂ ਵਰਕ ਹੈ, ਟੂ ਐਜੂਕੇਸ਼ਨ ਐਂਡ ਟੂ ਪਬਲਿਕ ਅਸਿਸਟੈਂਸ ਇਨ ਕੇਸ ਆਫ ਅਨਇੰਪਲੋਇਮੈਂਟ, ਓਲਡ ਏਜ, ਸਿਕਨੈਸ ਐਂਡ ਡਿਸੇਬਲਮੈਂਟ। ਫਿਰ ਉਸ ਤੋਂ ਬਾਅਦ ਆਪਣਾ ਨੈਕਸਟ ਆਰਟੀਕਲ ਹੈ 42। ਇਹ ਪ੍ਰਮੋਟ ਕਰਦਾ ਹੈ ਜਸਟ ਐਂਡ ਹਿਊਮੈਨ ਕੰਡੀਸ਼ਨਸ ਆਫ ਵਰਕ ਐਂਡ ਮੈਟਰਨਿਟੀ ਰਿਲੀਫ। ਫਿਰ ਉਸ ਤੋਂ ਬਾਅਦ ਆਰਟੀਕਲ 43, ਆਰਟੀਕਲ 43 ਇਹ ਸਿਕਿਉਰ ਕਰਦਾ ਲਿਵਿੰਗ ਵੇਜ, ਡੀਸੈਂਟ ਸਟੈਂਡਰਡ ਆਫ ਲਿਵਿੰਗ ਐਂਡ ਸੋਸ਼ਲ, ਕਲਚਰਲ ਐਂਡ ਅਪੋਰਚੁਨਿਟੀਜ਼ ਫॉर ਆਲ ਵਰਕਰਸ। ਆਰਟੀਕਲ 43A, ਜਿਹੜਾ ਆਰਟੀਕਲ 43A ਹੈ ਇਹ ਸਿਕਿਉਰ ਕਰਦਾ ਪਾਰਟੀਸਪੇਸ਼ਨ ਆਫ ਵਰਕਰਸ ਇਨ ਮੈਨੇਜਮੈਂਟ ਆਫ ਇੰਡਸਟਰੀਜ਼। ਕਈ ਵਾਰ ਆਪਾਂ ਇੱਕ ਕੰਸੈਪਟ ਦੇਖਦੇ ਹਾਂ CRS, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਉਹ ਵੀ ਆਰਟੀਕਲ 43A ਹੈ, ਉਹਦੇ ਤਹਿਤ ਹੀ ਇਹਨੂੰ ਇੰਪਲੀਮੈਂਟ ਕੀਤਾ ਗਿਆ ਕਿ ਜਿਹੜੇ ਵਰਕਰਸ ਹੈ ਉਹਨਾਂ ਦੀ ਪਾਰਟੀਸਪੇਸ਼ਨ ਕਰਾਈ ਜਾਵੇ ਇੰਡਸਟਰੀਜ਼ ਦੀ ਮੈਨੇਜਮੈਂਟ ਦੇ ਵਿੱਚ। ਫਿਰ ਆਰਟੀਕਲ 47
ਇਹ ਰੇਜ਼ ਕਰਦਾ ਨਿਊਟ੍ਰੀਸ਼ਨ ਲੈਵਲ, ਇਹ ਨਿਊਟ੍ਰੀਸ਼ਨ ਲੈਵਲ ਰੇਜ਼ ਕਰਨ ਲਈ ਕਹਿੰਦਾ ਐਂਡ ਸਟੈਂਡਰਡ ਆਫ ਲਿਵਿੰਗ ਆਫ ਦ ਪੀਪਲ ਟੂ ਇੰਪਰੂਵ ਦਾ ਪਬਲਿਕ ਹੈਲਥ। ਇਹ ਸੀ ਕੁਛ ਕਲਾਸੀਫਿਕੇਸ਼ਨ ਜਿਹੜੀ ਆਪਾਂ ਸੋਸ਼ਲਿਸਟ ਦੇ ਅੰਡਰ ਦੇਖੀ ਹੈ। ਹੁਣ ਆਪਾਂ ਇੱਕ ਕੁਇਕ ਵਿਊ ਦੇਖਦੇ ਹਾਂ ਵੀ ਕਿਹੜੇ ਕਿਹੜੇ ਆਰਟੀਕਲ ਸੀਗੇ ਆਪਣੇ ਜਿਹੜੇ ਸੋਸ਼ਲਿਸਟ ਆਪਾਂ ਕਵਰ ਕੀਤੇ ਨੇ। ਆਪਾਂ ਆਰਟੀਕਲ ਇਹ 'ਚ ਕਵਰ ਕੀਤਾ ਆਰਟੀਕਲ 38, 39, 39A, 41, 42, 43 ਤੇ 43A ਤੇ ਲਾਸਟ 'ਚ 47। ਤੇ ਉਸ ਤੋਂ ਬਾਅਦ ਆਪਾਂ ਗਾਂਧੀਅਨ, ਹੁਣ ਆਪਾਂ ਗਾਂਧੀਅਨ ਕਲਾਸੀਫਿਕੇਸ਼ਨ ਕਰਦੇ ਹਾਂ ਵੀ ਜਿਹੜੀ ਗਾਂਧੀ ਦੀ ਆਈਡੀਓਲੋਜੀ ਸੀ ਉਹ ਕਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਗਾਂਧੀ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ। ਸਭ ਤੋਂ ਪਹਿਲਾਂ ਹੈਗਾ ਆਰਟੀਕਲ 40 ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤਸ। ਕਈ ਵਾਰ MCQ ਦੇ ਵਿੱਚ ਵੀ ਇਹੀ ਹੁੰਦਾ ਵੀ ਜਿਹੜਾ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਹੈ ਇਹ ਗਾਂਧੀਅਨ ਹੈ, ਲਿਬਰਲ ਹੈ ਜਾਂ ਫਿਰ ਕਿਹੜਾ ਹੈ, ਸਾਨੂੰ ਕਈ ਵਾਰ ਕਲਾਸੀਫਿਕੇਸ਼ਨ ਪੁੱਛੀ ਜਾਂਦੀ ਹੈ। ਤਾਂ ਜਿਹੜੀ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਹੈ ਅੰਡਰ ਆਰਟੀਕਲ 40 ਹੈ ਤੇ ਇੱਕ ਗਾਂਧੀਅਨ ਪ੍ਰਿੰਸੀਪਲ ਹੈ। ਆਰਟੀਕਲ 43 ਦੀ ਇੱਕ ਪ੍ਰੋਵੀਜ਼ਨ ਹੈਗੀ ਹੈ ਪ੍ਰਮੋਸ਼ਨ ਆਫ ਕਾਟੇਜ ਇੰਡਸਟਰੀਜ਼। ਆਰਟੀਕਲ 43B ਇਹ ਪ੍ਰਮੋਟ ਕਰਦੇ ਨੇ ਮੈਨੇਜਮੈਂਟ ਆਫ ਕੋਆਪਰੇਟਿਵ ਸੁਸਾਇਟੀਜ਼। ਆਰਟੀਕਲ 46 ਇਹ ਪ੍ਰਮੋਟ ਕਰਦਾ ਹੈ ਐਜੂਕੇਸ਼ਨ, ਇਕਨੋਮਿਕ ਇੰਟਰਸਟ ਆਫ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਐਂਡ ਅਦਰ ਵੀਕਰ ਸੈਕਸ਼ਨ ਆਫ ਦ ਸੋਸਾਇਟੀ। ਆਰਟੀਕਲ 47 ਪ੍ਰੋਹਿਬਿਟ ਕਰਦਾ ਹੈ ਇੰਟੌਕਸੀਕੈਂਟ ਡਰਿੰਕਸ, ਜਿਵੇਂ ਸ਼ਰਾਬ ਹੋ ਗਈ, ਡਰੱਗਸ ਹੋ ਗਏ। ਇਹ ਆਰਟੀਕਲ 47 ਹੈ ਉਹਦੇ ਉੱਪਰ ਰੋਕ ਲਗਾਉਂਦਾ ਹੈ। ਇਹ ਪ੍ਰਮੋਟ ਕਰਦਾ ਕਿ ਆਪਾਂ ਵੈਲਫੇਅਰ ਦੇ ਲਈ ਇਹ ਚੀਜ਼ਾਂ ਆਪਾਂ ਨਹੀਂ ਕੰਜ਼ਿਊਮ ਕਰਨੀਆਂ। ਫਿਰ ਹੈਗਾ 48 ਆਰਟੀਕਲ 48 ਕਰਦਾ ਪ੍ਰੋਹਿਬਿਟ ਕਰਦਾ ਹੈ ਸਲੋਟਰ ਆਫ ਕਾਵਸ ਐਂਡ ਮਿਲਚ ਐਂਡ ਡਰੌਟ ਕੈਟਲਸ, ਵੀ ਜਿਹੜੀਆਂ ਦੁੱਧ ਦੇਣ ਵਾਲੇ ਪਸ਼ੂ ਨੇ, ਕਾਉਜ਼ ਨੇ, ਉਹਨਾਂ ਦਾ ਸਲੋਟਰ ਹੈ ਉਹ ਬੈਨ ਕਰਦਾ ਆਰਟੀਕਲ 48, ਜਿਹੜਾ ਇੱਕ ਗਾਂਧੀ ਦੀ ਆਈਡੀਓਲੋਜੀ ਨੂੰ ਦਰਸਾਉਂਦਾ। ਫਿਰ ਉਸ ਤੋਂ ਬਾਅਦ ਇੱਕ ਆਪਣੀ ਲਾਸਟ ਕਲਾਸੀਫਿਕੇਸ਼ਨ ਹੈ ਜੀ ਲਿਬਰਲ, ਜਿਹਨੂੰ ਆਪਾਂ ਇੰਟੈਲੈਕਚੁਅਲ ਵੀ ਕਹਿ ਸਕਦੇ ਹਾਂ। ਜਿਵੇਂ ਆਰਟੀਕਲ 44 ਇਹ ਹੈਗਾ ਯੂਨੀਫਾਰਮ ਸਿਵਲ ਕੋਡ। ਯੂਨੀਫਾਰਮ ਸਿਵਲ ਕੋਡ ਇਹ ਆਰਟੀਕਲ 44 ਦੇ ਵਿੱਚ ਮੈਂਸ਼ਨ ਹੈ। ਆਰਟੀਕਲ 45 ਇਹ ਹੈਗਾ ਅਰਲੀ ਚਾਈਲਡਹੁੱਡ ਕੇਅਰ ਅਪ ਟੂ ਏਜ ਆਫ 6 ਈਅਰਸ। 6 ਸਾਲ ਤੱਕ ਦੇ ਬੱਚਿਆਂ ਨੂੰ ਅਸੀਂ ਅਰਲੀ ਚਾਈਲਡਹੁੱਡ ਕੇਅਰ ਦੇਣੀ ਹੈ। ਇੱਕ ਲਿਬਰਲ ਤੇ ਇੰਟੈਲੈਕਚੁਅਲ ਪ੍ਰਿੰਸੀਪਲ ਹੈ ਅੰਡਰ ਆਰਟੀਕਲ 45। ਫਿਰ ਹੈਗਾ ਆਰਟੀਕਲ 48 ਇਹ ਆਰਗੇਨਾਈਜ਼ ਕਰਦਾ ਹੈ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਔਨ ਮਾਡਰਨ ਐਂਡ ਸਾਇੰਟੀਫਿਕ ਲਾਈਨਸ। ਸਭ ਤੋਂ ਇੰਪੋਰਟੈਂਟ ਇਹ ਹੈਗਾ ਆਰਟੀਕਲ 48A, ਜਿਹੜੀ ਕਿ ਇਹਦੀ ਅਮੈਂਡਮੈਂਟ ਹੈ 48A। ਇਹ ਪ੍ਰੋਟੈਕਟ ਕਰਦਾ ਹੈ ਐਂਡ ਇੰਪਰੂਵ ਇਨਵਾਇਰਮੈਂਟ ਕਰਨ ਲਈ ਕਹਿੰਦਾ ਤੇ ਸੇਫਗਾਰਡ ਫੋਰੈਸਟ ਐਂਡ ਵਾਈਲਡ ਲਾਈਫ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਲਿਬਰਲ ਦੇ ਵਿੱਚ ਨੈਕਸਟ ਹੈਗਾ ਆਰਟੀਕਲ 49 ਇਹ ਪ੍ਰੋਟੈਕਟ ਕਰਦਾ ਹੈ ਮੋਨੂਮੈਂਟਸ, ਪਲੇਸਿਸ ਐਂਡ ਆਬਜੈਕਟ ਆਫ ਆਰਟਿਸਟਿਕ ਔਰ ਹਿਸਟੋਰਿਕ ਇੰਟਰਸਟ ਵਿਚ ਆਰ ਡਿਕਲੇਅਰ ਟੂ ਬੀ ਨੈਸ਼ਨਲ ਇੰਪੋਰਟੈਂਸ। ਜਿਹੜੀ ਸਾਡੀ ਦੇਸ਼ ਦੀ ਧਰੋਹਰ ਹੈ, ਜਿਹਨੂੰ ਅਸੀਂ ਦੇਸ਼ ਦੀ ਧਰੋਹਰ ਕਹਿਤਾ, ਅਤੇ ਉਹ ਜਿਵੇਂ ਮੋਨੂਮੈਂਟਸ ਹੋ ਗਏ, ਕੋਈ ਪਲੇਸ ਹੋ ਗਿਆ, ਅਤੇ ਉਹਨੂੰ ਬਚਾਉਣਾ ਸਾਡਾ ਇੱਕ ਡਿਊਟੀ ਹੈ, ਸਾਡਾ ਇੱਕ ਫਰਜ਼ ਹੈ। ਆਰਟੀਕਲ 50 ਜਿਹੜਾ ਆਰਟੀਕਲ 50 ਹੈ ਸੈਪਰੇਟ ਕਰਦਾ ਹੈ ਐਗਜ਼ੈਕਟਿਵ ਅਤੇ ਜੁਡੀਸ਼ਰੀ ਨੂੰ, ਯਾਨੀ ਕਿ ਜਿਹੜੀ ਐਗਜ਼ੈਕਟਿਵ ਹੈ ਉਹਦੇ ਕੋਲ ਕੋਈ ਵੀ, ਐਗਜ਼ੈਕਟਿਵ ਕੌਣ ਹੋ ਗਏ ਜਿਹੜੇ ਇੰਪਲੀਮੈਂਟ ਕਰਦੇ ਨੇ ਕਾਨੂੰਨ ਨੂੰ, ਉਹਨਾਂ ਕੋਲ ਕੋਈ ਵੀ ਜੁਡੀਸ਼ੀਅਲ ਪਾਵਰ ਨਹੀਂ ਹੈਗੀ। ਇਹ ਸੈਪਰੇਟ ਕਰਦਾ ਆਰਟੀਕਲ 50। ਆਰਟੀਕਲ 51 ਇਹ ਪ੍ਰਮੋਟ ਕਰਦਾ ਹੈ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਇਹ ਸੀਗੇ ਆਪਣੇ ਆਪਾਂ ਜਿਹੜੀਆਂ 3 ਕਲਾਸੀਫਿਕੇਸ਼ਨਸ ਦੇਖੀਆਂ। ਹੁਣ ਉਸ ਤੋਂ ਬਾਅਦ ਆਪਾਂ ਇੱਕ ਇਸ ਤੋਂ ਬਿਨਾਂ ਵੀ ਜਿਹੜੇ ਕੁਛ ਆਪਣੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਕਿ ਅਮੈਂਡ ਹੋਣ ਤੋਂ ਬਾਅਦ ਐਡ ਹੋਏ ਨੇ। ਜਿਹੜੀ 42 ਅਮੈਂਡਮੈਂਟ ਸੀ 1976 ਦੀ, ਜਿਹੜੀ 42ਵੀਂ ਅਮੈਂਡਮੈਂਟ ਹੈ 1976 ਦੀ, ਉਹਨੇ 4 ਡਾਇਰੈਕਟਿਵ ਪ੍ਰਿੰਸੀਪਲ ਹੋਰ ਐਡ ਕੀਤੇ ਨੇ। ਉਹ 4 ਕਿਹੜੇ ਨੇ? ਇੱਕ ਤਾਂ ਹੈਗਾ ਆਰਟੀਕਲ 39 ਜਿਹੜਾ ਐਡ ਕੀਤਾ ਸੀ ਆਪਾਂ ਹੁਣੀ ਪਿੱਛੇ ਦੇਖ ਕੇ ਹਟੇ ਆ, ਸਿਕਿਉਰ ਅਪੋਰਚੁਨਿਟੀਜ਼ ਆਫ ਹੈਲਥੀ ਡਿਵੈਲਪਮੈਂਟ ਆਫ ਚਿਲਡਰਨਸ। ਆਰਟੀਕਲ ਆਪਾਂ 39A ਦੇਖਿਆ ਇੱਕ ਫ੍ਰੀ ਲੀਗਲ ਏਡ, ਅਤੇ ਉਸ ਤੋਂ ਬਾਅਦ ਆਪਾਂ ਇੱਕ ਆਰਟੀਕਲ 43 ਦੇਖਿਆ ਸੀਗਾ ਪਾਰਟੀਸਪੇਸ਼ਨ ਆਫ ਵਰਕਰਸ 43A। 48A ਦੇਖਿਆ ਸੀ ਆਪਾਂ ਪ੍ਰੋਟੈਕਸ਼ਨ ਆਫ ਇਨਵਾਇਰਮੈਂਟ। ਇਹ ਜਿਹੜੇ ਇੱਕ ਆਰਟੀਕਲ 39, 39A, 43A ਅਤੇ 48A ਜਿਹੜੇ 4 ਆਰਟੀਕਲਸ ਨੇ ਇਹ ਐਡ ਕੀਤੇ ਸੀ 42 ਅਮੈਂਡਮੈਂਟ ਨੇ। ਅਤੇ ਇੱਕ ਆਰਟੀਕਲ ਐਡ ਕੀਤਾ ਸੀ 44ਵੀਂ ਅਮੈਂਡਮੈਂਟ 44th ਅਮੈਂਡਮੈਂਟ 1978, ਉਹਦੇ ਨਾਲ ਐਡ ਹੋਇਆ ਸੀਗਾ ਆਰਟੀਕਲ 38 ਮਿਨੀਮਾਈਜ਼ ਇਨਇਕੁਐਲਿਟੀਜ਼ ਇਨ ਇਨਕਮ। ਜਿਹੜੀ ਸਾਡੀ ਇਨਕਮ ਹੈ ਉਹਦੇ ਵਿੱਚ ਇਨਇਕੁਐਲਿਟੀਜ਼ ਘਟਾਈਆਂ ਜਾਣ, ਇਹ ਸੀਗਾ ਆਰਟੀਕਲ 38। ਅਤੇ ਇੱਕ ਆਪਾਂ ਦੇਖਿਆ ਸੀਗਾ 97th ਅਮੈਂਡਮੈਂਟ 2011 ਦੇ ਨਾਲ ਇੱਕ ਐਡ ਹੋਇਆ ਸੀਗਾ ਮੈਨੇਜਮੈਂਟ ਆਫ ਕੋਆਪਰੇਟਿਵ ਸੁਸਾਇਟੀਜ਼, ਜਿਹੜਾ ਕਿ ਪੜ੍ਹਿਆ ਸੀ ਆਪਾਂ ਆਰਟੀਕਲ 43B ਦੇ ਵਿੱਚ। ਜਿਹੜੀ ਕੋਆਪਰੇਟਿਵ ਸੁਸਾਇਟੀਜ਼ ਨੇ ਇਹ 97th ਅਮੈਂਡਮੈਂਟ ਦੇ ਨਾਲ ਐਡ ਹੋਈਆਂ ਸੀ ਆਰਟੀਕਲ 45B। ਹੁਣ ਆਪਾਂ ਕੁਝ ਦੇਖਾਂਗੇ ਇੰਪੋਰਟੈਂਟ ਪੁਆਇੰਟਸ ਜਿਹੜੇ ਆਪਣੇ ਇਸ ਚੈਪਟਰ ਦੇ ਨਾਲ ਕੁਝ ਰਿਲੇਟਿਡ ਨੇ, ਜਿਹਨੂੰ ਆਪਾਂ ਮਿਸਲੇਨੀਅਸ ਵੀ ਕਹਿ ਸਕਦੇ ਹਾਂ।
24th ਇੱਕ ਅਮੈਂਡਮੈਂਟ ਆਈ ਸੀ 1971 ਦੇ ਵਿੱਚ। ਇਹ ਡਿਕਲੇਅਰ ਕਰਦੀ ਹੈ ਵੀ ਜਿਹੜੀ ਪਾਰਲੀਮੈਂਟ ਕੋਲ ਤਾਕਤ ਹੈ ਉਹ ਕੋਈ ਵੀ ਜਿਹੜਾ ਫੰਡਾਮੈਂਟਲ ਰਾਈਟ ਹੈ ਸਾਡਾ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਉਹ ਸਾਥੋਂ ਲੈ ਸਕਦੀ ਹੈ। ਇੱਕ ਸੀਗਾ 25th ਅਮੈਂਡਮੈਂਟ 1971, ਇਹਨੇ ਇਨਸਰਟ ਕੀਤਾ ਸੀਗਾ ਆਰਟੀਕਲ 31C। ਆਰਟੀਕਲ 31C ਆਪਾਂ ਪਹਿਲਾਂ ਵੀ ਇੱਕ ਪੜ੍ਹ ਕੇ ਹਟੇ ਸੀਗੇ, ਫੰਡਾਮੈਂਟਲ ਰਾਈਟਸ ਜਿਹੜਾ ਆਪਾਂ ਇਸ ਤੋਂ ਪਹਿਲਾਂ ਚੈਪਟਰ ਕੀਤਾ ਸੀ। ਆਰਟੀਕਲ 31C ਉਹ ਕਹਿੰਦਾ ਹੈ, ਆਰਟੀਕਲ 31C ਕਹਿੰਦਾ ਵੀ ਜਦੋਂ ਡਾਇਰੈਕਟਿਵ ਪ੍ਰਿੰਸੀਪਲ ਜਿਹੜੇ ਆਰਟੀਕਲ 39B ਤੇ C 'ਚ ਮੈਂਸ਼ਨ ਨੇ, ਜੇ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਸਟੇਟ ਕੋਈ ਕਾਨੂੰਨ ਬਣਾਉਂਦੀ ਹੈ ਤੇ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਆਰਟੀਕਲ 14 ਦੀ ਵਾਇਲੇਸ਼ਨ ਹੋ ਰਹੀ ਹੈ ਉਸ ਦੇ ਨਾਲ, ਤੇ ਅਸੀਂ ਕੋਰਟ ਜਾ ਕੇ ਅਪੀਲ ਕਰੀਏ ਤਾਂ ਉੱਥੇ ਸਾਡੀ ਅਪੀਲ ਹੈ ਉਹ ਰੱਦ ਹੋ ਜਾਏਗੀ, ਕਿਉਂਕਿ ਆਰਟੀਕਲ ਜਿੱਥੇ ਆਰਟੀਕਲ 31C ਆਉਂਦਾ ਉੱਥੇ ਆਰਟੀਕਲ 14 ਬਾਹਰ ਚਲਿਆ ਜਾਂਦਾ ਹੈ, ਯਾਨੀ ਕਿ ਉੱਥੇ ਉਹਨੂੰ 14 ਨੂੰ ਤਵੱਜੋ ਨਹੀਂ ਦਿੱਤੀ ਜਾਂਦੀ। ਜਿਹੜੀ 42nd ਅਮੈਂਡਮੈਂਟ ਹੋਈ ਸੀ 42nd ਅਮੈਂਡਮੈਂਟ ਨੇ ਸੁਪਰੀਮੇਸੀ ਦਿੱਤੀ ਸੀਗੀ ਡਾਇਰੈਕਟਿਵ ਪ੍ਰਿੰਸੀਪਲ ਨੂੰ ਓਵਰ ਫੰਡਾਮੈਂਟਲ ਰਾਈਟਸ, ਕਿਉਂਕਿ ਹੁਣੀ ਆਪਾਂ ਪਿੱਛੇ ਹੁਣੀ ਜਿਹੜਾ ਆਪਾਂ ਆਰਟੀਕਲ 31C ਪੜ੍ਹ ਕੇ ਹਟੇ ਹਾਂ, ਇਹਦੇ 'ਚ ਹੁਣੀ ਆਪਾਂ ਇਹ ਦੇਖਿਆ ਜਿਹੜੇ ਆਰਟੀਕਲ 36 ਤੋਂ 51 ਕੀ ਨੇ ਡਾਇਰੈਕਟਿਵ ਪ੍ਰਿੰਸੀਪਲਸ। ਇੱਕ ਪਾਸੇ ਤਾਂ ਆਪਾਂ ਇਹ ਕਹਿ ਰਹੇ ਨੋਨ ਜਸਟਿਸ਼ੀਏਬਲ ਨੇ, ਅਸੀਂ ਇਹਨੂੰ ਲੀਗਲੀ ਇਨਫੋਰਸ ਨਹੀਂ ਕਰਾ ਸਕਦੇ ਕੋਰਟ ਵਿੱਚ ਜਾ ਕੇ, ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਜਸਟਿਸ਼ੀਏਬਲ ਨੇ। ਬਟ ਆਪਾਂ ਇੱਕ ਸਪੈਸੀਫਿਕ ਜਿਹੜਾ ਆਰਟੀਕਲ 31C ਹੈ ਉਹ ਇਹੀ ਕਹਿੰਦਾ ਹੈ ਵੀ ਜੇ ਡਾਇਰੈਕਟਿਵ ਪ੍ਰਿੰਸੀਪਲ ਜਿਹੜੇ ਆਰਟੀਕਲ 39B ਤੇ C 'ਚ ਮੈਂਸ਼ਨ ਨੇ ਉਹਨੂੰ ਇੰਪਲੀਮੈਂਟ ਕਰਾਉਣ ਦੇ ਲਈ ਜੇ ਕੋਈ ਸਟੇਟ ਕਾਨੂੰਨ ਬਣਾਉਂਦੀ ਹੈ ਤੇ ਉਹ ਜੇ ਉਹ ਵਾਲਾ ਬਣਾਇਆ ਹੋਇਆ ਕਾਨੂੰਨ, ਜੇ ਉਹ ਬਣਾਇਆ ਹੋਇਆ ਕਾਨੂੰਨ ਆਰਟੀਕਲ 14 'ਚ ਸਾਨੂੰ ਮਿਲੇ ਰਾਈਟਸ ਮਿਲੇ ਨੇ, ਰਾਈਟ ਟੂ ਇਕੁਐਲਿਟੀ, ਉਹਨੂੰ ਵਾਇਲੇਟ ਕਰਦਾ ਹੈ ਤੇ ਅਸੀਂ ਉਹਦੇ ਖਿਲਾਫ ਅਪੀਲ ਨਹੀਂ ਕਰ ਸਕਦੇ। ਇਸ ਕਰਕੇ ਉਹ ਕੀ ਸ਼ੋ ਹੋ ਰਿਹਾ ਵੀ ਜੇ ਦੋਨਾਂ ਦੀ ਕੰਟਰੋਵਰਸੀ ਹੋ ਜਾਏ DPSPs ਤੇ ਫੰਡਾਮੈਂਟਲ ਰਾਈਟਸ ਦੀ, ਤਾਂ ਸਭ ਤੋਂ ਸੁਪਰੀਮ 'ਚ ਕੌਣ ਹੋਏਗਾ? DPSP। ਫਿਰ ਉਸ ਤੋਂ ਬਾਅਦ ਇੱਕ ਮਿਨਰਵਾ ਮਿਲਸ ਕੇਸ ਆਉਂਦਾ 1980s ਦੇ ਵਿੱਚ। 1980 ਦੇ ਵਿੱਚ ਇੱਕ ਕੇਸ ਆਉਂਦਾ ਜਿਹਦੇ ਵਿੱਚ ਸੁਪਰੀਮ ਕੋਰਟ ਆਪਣਾ ਵਰਡਿਕਟ ਦਿੰਦਾ, ਉਹ ਕਹਿੰਦਾ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਆ ਇਜ਼ ਫਾਊਂਡਡ ਔਨ ਦ ਬੈਡਰੌਕ ਆਫ ਦ ਬੈਲੈਂਸ ਬਿਟਵੀਨ ਫੰਡਾਮੈਂਟਲ ਰਾਈਟਸ ਐਂਡ ਡਾਇਰੈਕਟਿਵ ਪ੍ਰਿੰਸੀਪਲਸ। ਯਾਨੀ ਕਿ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਤੇ ਫੰਡਾਮੈਂਟਲ ਰਾਈਟਸ ਆ, ਸਾਡਾ ਕੌਂਸਟੀਟਿਊਸ਼ਨ ਇਹਨਾਂ ਦੋਨਾਂ ਨੂੰ ਬੈਲੈਂਸ ਕਰਕੇ ਚੱਲਦਾ। ਇਹ ਇੱਕ ਮਿਨਰਵਾ ਮਿਲਸ ਕੇਸ ਦਾ ਸਟੇਟਮੈਂਟ ਸੀਗਾ ਸੁਪਰੀਮ ਕੋਰਟ ਦਾ। ਆਪਾਂ ਇਹ ਜਿਹੜੀ ਵਰਡਿੰਗ ਹੈ ਇੱਕਦਮ ਯਾਦ ਰੱਖਣੀ ਹੈ, ਕਿਉਂਕਿ ਇਹ ਕਈ ਵਾਰ ਵਰਡਿੰਗ ਪੁੱਛੀ ਜਾਂਦੀ ਹੈ ਤੇ ਆਪਾਂ ਨੂੰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਦੇ ਰੂਪ ਦੇ ਵਿੱਚ ਹੁੰਦਾ ਤੇ ਆਨਸਰ ਦੇ ਵਿੱਚ ਕੁਝ ਕੇਸਿਸ ਮੈਂਸ਼ਨ ਹੋਣਗੇ, ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹ ਮਿਨਰਵਾ ਮਿਲਸ ਕੇਸ ਦੇ ਵਿੱਚ ਕਿਹਾ ਸੀ। ਕੀ ਕਿਹਾ ਸੀ? ਸੁਪਰੀਮ ਕੋਰਟ ਨੇ ਕਿਹਾ ਸੀ ਦੈਟ ਇੰਡੀਅਨ ਕੌਂਸਟੀਟਿਊਸ਼ਨ ਇਜ਼ ਫਾਊਂਡਡ ਔਨ ਦ ਬੈਡਰੌਕ ਆਫ ਦ ਬੈਲੈਂਸ ਬਿਟਵੀਨ ਫੰਡਾਮੈਂਟਲ ਰਾਈਟਸ ਐਂਡ ਡਾਇਰੈਕਟਿਵ ਪ੍ਰਿੰਸੀਪਲਸ। ਹੁਣ ਆਪਾਂ ਗੱਲ ਕਰਾਂਗੇ ਉਹ ਵਾਲੇ ਡਾਇਰੈਕਟਿਵ ਪ੍ਰਿੰਸੀਪਲਸ ਜਿਹੜੇ ਪਾਰਟ 4 ਤੋਂ ਬਾਹਰ ਨੇ। ਆਪਾਂ ਦੇਖਿਆ ਨਾ ਵੀ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਨੇ ਪਾਰਟ 4 ਦੇ ਵਿੱਚ ਮੈਂਸ਼ਨ ਨੇ, ਤੇ ਕੁਝ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਪਾਰਟ 4 ਤੋਂ ਬਾਹਰ ਨੇ। ਉਹ ਕਿਹੜੇ ਨੇ? ਉਹ ਆਰਟੀਕਲ ਜਿਵੇਂ 335 ਹੈਗਾ, ਆਰਟੀਕਲ 335, ਆਰਟੀਕਲ 335 ਦੇ ਵਿੱਚ ਹੈਗਾ ਪਾਰਟ ਹੈਗਾ ਇਹ 16, ਪਾਰਟ 16 ਦੇ ਵਿੱਚ ਮੈਂਸ਼ਨ ਹੈ ਜਿਹਦੇ ਵਿੱਚ ਲਿਖਿਆ ਹੋਇਆ ਕਲੇਮਸ ਆਫ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਈਬਸ ਟੂ ਦ ਸਰਵਿਸਿਜ਼। ਇੱਕ ਹੈਗਾ ਆਰਟੀਕਲ 350A। 350A ਦੇ ਵਿੱਚ ਆਪਣਾ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਮੈਂਸ਼ਨ ਹੈ ਉਹ ਹੈਗਾ ਇੰਸਟਰਕਸ਼ਨ ਇਨ ਦ ਮਦਰ ਟੰਗ, ਇੰਸਟਰਕਸ਼ਨ ਇਨ ਦ ਮਦਰ ਟੰਗ। ਫਿਰ ਉਸ ਤੋਂ ਬਾਅਦ ਆਰਟੀਕਲ 351, ਆਰਟੀਕਲ 351 ਜਿਹੜਾ ਕਿ ਪਾਰਟ 17 ਦੇ ਵਿੱਚ ਮੈਂਸ਼ਨ ਹੈ ਡਿਵੈਲਪਮੈਂਟ ਆਫ ਹਿੰਦੀ ਲੈਂਗੁਏਜ, ਡਿਵੈਲਪਮੈਂਟ ਆਫ ਹਿੰਦੀ ਲੈਂਗੁਏਜ ਜਿਹੜਾ ਪਾਰਟ 17 ਦੇ ਵਿੱਚ ਹੈ ਆਰਟੀਕਲ 351। ਇਹ ਵੀ ਡਾਇਰੈਕਟਿਵ ਪ੍ਰਿੰਸੀਪਲ ਆਪਣਾ ਹੈਗਾ, ਬਟ ਇਹ ਪਾਰਟ 4 ਤੋਂ ਬਾਹਰ ਹੈ। ਜਿਹੜੇ ਪਾਰਟ 4 ਤੋਂ ਬਾਹਰ ਵੀ ਜਿਹੜੇ ਹੁਣ ਤੁਹਾਨੂੰ ਦੱਸੇ ਨੇ ਡਾਇਰੈਕਟਿਵ ਪ੍ਰਿੰਸੀਪਲ ਨੇ, ਇਹ ਵੀ ਨੋਨ ਜਸਟਿਸ਼ੀਏਬਲ ਨੇ। ਜਿੰਨੇ ਵੀ ਡਾਇਰੈਕਟਿਵ ਪ੍ਰਿੰਸੀਪਲ ਨੇ ਉਹ ਸਾਰੇ ਨੋਨ ਜਸਟਿਸ਼ੀਏਬਲ ਨੇ। ਅਸੀਂ ਉਹਨਾਂ ਦੀ ਲੀਗਲ ਇਨਫੋਰਸਮੈਂਟ ਦੇ ਲਈ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਇਹ ਸੀਗਾ ਜੀ ਆਪਣਾ ਡਾਇਰੈਕਟਿਵ ਪ੍ਰਿੰਸੀਪਲ। ਇਸ ਤੋਂ ਪਹਿਲਾਂ ਆਪਾਂ ਫੰਡਾਮੈਂਟਲ ਰਾਈਟਸ ਕੀਤੇ ਸੀਗੇ। ਜੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਹੋਰ ਕੁਐਰੀ ਚਾਹੀਦੀ ਹੈ ਜਾਂ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੈ ਤਾਂ ਤੁਸੀਂ ਉਹਨੂੰ ਕਮੈਂਟ ਵਿੱਚ ਕਰਕੇ ਦੱਸ ਸਕਦੇ ਹੋ ਵੀ ਤੁਹਾਨੂੰ ਹੋਰ ਕਿਹੜੀ ਕਲੈਰੀਫਿਕੇਸ਼ਨ ਚਾਹੀਦੀ ਹੈ। ਤੇ ਇਸ ਤੋਂ ਜਿਹੜਾ ਆਪਾਂ ਨੈਕਸਟ ਕਵਰ ਕਰਾਂਗੇ ਉਹ ਆਪਾਂ ਕਰਾਂਗੇ ਅਮੈਂਡਮੈਂਟਸ ਕੌਂਸਟੀਟਿਊਸ਼ਨ 'ਚ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਸਪੈਸ਼ਲ ਅਗੋ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਕਿਹੜੀਆਂ ਨੇ, ਤੇ ਆਪਾਂ ਕਿਹੜੀ ਅਮੈਂਡਮੈਂਟ ਕਿਹੜੇ ਕੇਸ ਦੇ ਵਿੱਚ ਯੂਜ਼ ਕਰਦੇ ਹਾਂ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।